ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਚੀਆ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਯੂਐਸਏ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਮੁਖਾਤਿਬ ਕਰਾਵਾਂਗੇ ਹਰ ਰੋਜ਼ ਦੀ ਤਰ੍ਹਾਂ। ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਅਮਰੀਕੀ ਅਦਾਲਤ ਵੱਲੋਂ ਟਵਿੱਟਰ ਨੂੰ ਦਫ਼ਤਰ ਖਾਲੀ ਕਰਨ ਦੇ ਹੁਕਮ। ਅਮਰੀਕਾ ਤੋਂ ਪ੍ਰੀਡੇਟਰ ਡਰੋਨ ਖਰੀਦੇਗਾ ਭਾਰਤ। ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ। ਟੈਕਸਸ ਦੇ ਵਿੱਚ ਭਿਆਨਕ ਤੂਫਾਨ ਕਾਰਨ 3 ਲੋਕਾਂ ਦੀ ਮੌਤ। ਅਮਰੀਕਾ ਸਣੇ ਕਈ ਦੇਸ਼ਾਂ ਦੇ ਵਿੱਚ ਹੋਇਆ ਵੱਡਾ ਸਾਈਬਰ ਹਮਲਾ। ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਭਾਰਤ ਦੀ ਭੂਮਿਕਾ ਅਹਿਮ। ਮੈਥਿਊ ਮਿਲਰ ਦਾ ਕਹਿਣਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਖਬਰ ਕਰਾਂਗੇ ਟਵਿੱਟਰ ਦੀ। ਟਵਿੱਟਰ ਨੂੰ ਹਾਲ ਹੀ ਦੇ ਵਿੱਚ ਅਮਰੀਕੀ ਅਦਾਲਤ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਟਵਿੱਟਰ ਨੂੰ ਅਮਰੀਕਾ ਦੀ ਇੱਕ ਅਦਾਲਤ ਤੋਂ ਵੱਡਾ ਝਟਕਾ ਮਿਲਿਆ ਹੈ। ਅਦਾਲਤ ਨੇ ਐਲਨ ਮਸਕ ਦੁਆਰਾ ਚਲਾਏ ਜਾ ਰਹੇ ਟਵਿੱਟਰ ਨੂੰ ਕਿਰਾਏ ਦਾ ਭੁਗਤਾਨ ਨਾ ਕਰਨ ਤੇ ਦਫ਼ਤਰ ਦੀ ਬਿਲਡਿੰਗ ਛੱਡਣ ਦਾ ਨਿਰਦੇਸ਼ ਦਿੱਤਾ ਹੈ। ਡੈਨਵਰ ਬਿਜ਼ਨਸ ਜਰਨਲ ਦੀ ਇੱਕ ਰਿਪੋਰਟ ਅਨੁਸਾਰ ਟਵਿੱਟਰ ਆਫਿਸ ਦੇ ਮਕਾਨ ਮਾਲਕ ਨੂੰ ਫਰਵਰੀ 2020 ਦੇ ਵਿੱਚ $9,68,000 ਦਾ ਲੈਟਰ ਆਫ ਕ੍ਰੈਡਿਟ ਪ੍ਰਦਾਨ ਕੀਤਾ ਗਿਆ ਸੀ। ਮਾਰਚ ਦੇ ਵਿੱਚ ਪੈਸਾ ਖਤਮ ਹੋ ਗਿਆ ਅਤੇ ਮਾਈਕਰੋ ਬਲੌਗਿੰਗ ਪਲੇਟਫਾਰਮ ਨੇ ਉਦੋਂ ਤੋਂ ਹੀ ਕਿਰਾਏ ਦਾ ਭੁਗਤਾਨ ਨਹੀਂ ਕੀਤਾ, ਜੋ ਕਿ ਪ੍ਰਤੀ ਮਹੀਨਾ ਲਗਭਗ $27,000 ਹੈ। ਮਈ ਦੇ ਵਿੱਚ ਮਕਾਨ ਮਾਲਕ ਟਵਿੱਟਰ ਦੇ ਖਿਲਾਫ ਅਦਾਲਤ ਦੇ ਵਿੱਚ ਗਿਆ ਅਤੇ ਜੱਜ ਨੇ ਆਦੇਸ਼ ਜਾਰੀ ਕੀਤਾ ਕਿ ਸ਼ੈਰਿਫ ਨੂੰ 49 ਦਿਨਾਂ ਦੇ ਅੰਦਰ ਟਵਿੱਟਰ ਨੂੰ ਹਟਾਉਣਾ ਪਵੇਗਾ। ਜਨਤਕ ਛਾਂਟੀ ਤੋਂ ਪਹਿਲਾਂ ਟਵਿੱਟਰ ਦਫ਼ਤਰ ਨੇ ਘੱਟੋ-ਘੱਟ 300 ਕਰਮਚਾਰੀਆਂ ਨੂੰ ਨਿਯੁਕਤ ਕੀਤਾ ਸੀ। ਰੁਕ ਕਰਾਂਗੇ ਅਗਲੀ ਖਬਰ ਦਾ। ਦੱਸ ਦਈਏ ਕਿ ਹੁਣ ਹਾਲ ਹੀ ਦੇ ਵਿੱਚ ਭਾਰਤ ਅਮਰੀਕਾ ਤੋਂ ਪ੍ਰੀਡੇਟਰ ਡਰੋਨ ਖਰੀਦੇਗਾ। ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਰੱਖਿਆ ਮੰਤਰਾਲੇ ਨੇ ਅਮਰੀਕਾ ਤੋਂ ਪ੍ਰੀਡੇਟਰ ਡਰੋਨ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ ਜਲਦ ਹੀ ਇਸ ਬਾਰੇ ਅੰਤਿਮ ਫੈਸਲਾ ਵੀ ਲਵੇਗੀ। ਰੱਖਿਆ ਸੂਤਰਾਂ ਨੇ ਦੱਸਿਆ ਹੈ ਕਿ ਪ੍ਰੀਡੇਟਰ ਡਰੋਨ ਨੇ ਸੌਦੇ ਨੂੰ ਅੱਜ ਰੱਖਿਆ ਅਧਿਗ੍ਰਹਿਣ ਪ੍ਰੀਸ਼ਦ ਦੀ ਬੈਠਕ 'ਚ ਮਨਜ਼ੂਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਨੂੰ ਲੈ ਕੇ ਇਹ ਸਮਝੌਤਾ $3 ਅਰਬ ਯਾਨੀ ਕਿ ਕਰੀਬ 24,000 ਕਰੋੜ ਰੁਪਏ ਦਾ ਹੋਣ ਵਾਲਾ ਹੈ। ਇਸ ਦੇ ਤਹਿਤ 18 ਡਰੋਨ ਖਰੀਦੇ ਜਾਣਗੇ। ਐਕਵਾਇਰ ਪ੍ਰਸਤਾਵ ਨੂੰ ਹੁਣ ਇੱਕ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ, ਜਿਸ ਤੋਂ ਬਾਅਦ ਇਸ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੁਆਰਾ ਮਨਜ਼ੂਰੀ ਦੇਣੀ ਪਵੇਗੀ। ਖਬਰ ਜੁੜੀ ਹੋਈ ਹੈ ਟੈਕਸਸ ਦੇ ਨਾਲ। ਟੈਕਸਸ ਦੇ ਵਿੱਚ ਭਿਆਨਕ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਤੇ ਇਸ ਤੂਫਾਨ ਕਾਰਨ 3 ਲੋਕਾਂ ਦੀ ਮੌਤ ਦੀ ਖਬਰ ਵੀ ਹੈ। ਉੱਤਰੀ ਟੈਕਸਸ ਦੇ ਇੱਕ ਕਸਬੇ 'ਚ ਇੱਕ ਵਿਸ਼ਾਲ ਤੂਫਾਨ ਆਇਆ, ਜਿਸ ਨਾਲ ਵਿਆਪਕ ਤਬਾਹੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਕਰੀਬ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 100 ਤੋਂ ਜ਼ਿਆਦਾ ਲੋਕ ਜ਼ਖਮੀ ਨੇ। ਕਈ ਦੱਖਣੀ ਅਤੇ ਮੱਧ ਪੱਛਮੀ ਰਾਜਾਂ ਦੇ ਵਿੱਚ ਅਮਰੀਕੀਆਂ ਨੂੰ ਸੁਚੇਤ ਕਰ ਦਿੱਤਾ ਗਿਆ। ਇੱਥੇ ਆਏ ਖਤਰਨਾਕ ਤੂਫਾਨ ਨੇ ਇਲਾਕੇ ਨੂੰ ਤਬਾਹ ਕਰ ਦਿੱਤਾ। ਫਲੋਰੀਡਾ ਦੇ ਕੁਝ ਹਿੱਸਿਆਂ ਦੇ ਲਈ ਤੂਫਾਨ, ਤੇਜ਼ ਗਰਜ ਅਤੇ ਫਲੈਸ਼ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਿਰਫ ਫਲੋਰੀਡਾ ਹੀ ਨਹੀਂ, ਹੋਰ ਵੀ ਬਹੁਤ ਸਾਰੇ ਰਾਜਾਂ ਦੇ ਲਈ ਇਹ ਵਾਰਨਿੰਗ ਜਿਹੜੀ ਹੈ ਉਹ ਜਾਰੀ ਹੋਈ ਹੈ। ਟੈਕਸਸ ਪੈਨਹੈਂਡਲ ਦੇ ਲਗਭਗ 8,000 ਲੋਕਾਂ ਦੇ ਕਸਬੇ ਇੱਕ ਗੰਭੀਰ ਤੂਫਾਨ ਨੇ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਦਰੱਖਤਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। 3 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ ਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਉਹਨਾਂ ਦੱਸਿਆ ਕਿ ਕੁਝ ਮਰੀਜ਼ਾਂ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਦੱਸਦੀ ਹੈ ਕਿ ਅਮਰੀਕਾ ਸਣੇ ਹਾਲ ਹੀ ਦੇ ਵਿੱਚ ਹੋਰ ਵੀ ਕਈ ਦੇਸ਼ਾਂ ਤੇ ਸਾਈਬਰ ਹਮਲਾ ਹੋਇਆ ਹੈ। ਅਮਰੀਕਾ ਦੀਆਂ ਕਈ ਸੰਘੀ ਏਜੰਸੀਆਂ ਤੇ ਸਾਈਬਰ ਹਮਲੇ ਦੀ ਖਬਰ ਹੈ। ਹੈਕਰਾਂ ਨੇ ਫੈਡਰਲ ਏਜੰਸੀਆਂ ਨੂੰ ਹੈਕ ਕਰਨ ਦੇ ਲਈ ਫਾਈਲ ਟ੍ਰਾਂਸਫਰ ਸੌਫਟਵੇਅਰ ਦੇ ਵਿੱਚ ਕਮਜ਼ੋਰੀ ਦਾ ਫਾਇਦਾ ਉਠਾਇਆ। ਅਮਰੀਕਾ ਦੀ ਸਾਈਬਰ ਨਿਗਰਾਨੀ ਏਜੰਸੀ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਨੇ ਇਹ ਖੁਲਾਸਾ ਕੀਤਾ ਹੈ। ਅਮਰੀਕਾ ਸਣੇ ਇਹਨਾਂ ਦੇਸ਼ਾਂ ਦੇ ਵਿੱਚ ਵੱਡਾ ਸਾਈਬਰ ਹਮਲਾ। ਅਮਰੀਕਾ ਦੀਆਂ ਕਈ ਸੰਘੀ ਏਜੰਸੀਆਂ ਤੇ ਸਾਈਬਰ ਹਮਲੇ ਦੀ ਖਬਰ ਹੈ। ਹੈਕਰਾਂ ਨੇ ਫੈਡਰਲ ਏਜੰਸੀਆਂ ਨੂੰ ਹੈਕ ਕਰਨ ਦੇ ਲਈ ਫਾਈਲ ਟ੍ਰਾਂਸਫਰ ਸੌਫਟਵੇਅਰ ਦੇ ਵਿੱਚ ਕਮਜ਼ੋਰੀ ਦਾ ਫਾਇਦਾ ਉਠਾਇਆ ਹੈ। ਅਮਰੀਕਾ ਦੀ ਸਾਈਬਰ ਨਿਗਰਾਨੀ ਏਜੰਸੀ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਨੇ ਇਹ ਵੱਡਾ ਖੁਲਾਸਾ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਦੇ ਵੱਲੋਂ ਹਾਲ ਹੀ ਦੇ ਵਿੱਚ ਭਾਰਤ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਨੂੰ ਮੁਕਤ, ਸੁਰੱਖਿਅਤ, ਖੁਸ਼ਹਾਲ ਅਤੇ ਆਤਮ ਨਿਰਭਰ ਬਣਾਉਣ ਦੇ ਵਿੱਚ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੈ। ਅਮਰੀਕਾ ਦਾ ਇਹ ਬਿਆਨ ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਕਰੀਬ 1 ਹਫ਼ਤਾ ਪਹਿਲਾਂ ਆਇਆ ਹੈ।
ਦੱਸ ਦਈਏ ਕਿ ਚੀਨ ਭਾਰਤ ਪ੍ਰਸ਼ਾਂਤ ਖੇਤਰ ਦੇ ਵਿੱਚ ਲਗਾਤਾਰ ਆਪਣੀ ਤਾਕਤ ਵਧਾ ਰਿਹਾ ਹੈ। ਇਹੀ ਕਾਰਨ ਹੈ ਕਿ ਚੀਨ ਦੀ ਚੁਣੌਤੀ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ, ਭਾਰਤ ਅਤੇ ਹੋਰ ਕਈ ਦੇਸ਼ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਨੂੰ ਕਿਸੇ ਵੀ ਦੇਸ਼ ਦੇ ਦਬਾਅ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰਤ ਨਾਲ ਸਾਡੀ ਭਾਈਵਾਲੀ ਸਭ ਤੋਂ ਮਹੱਤਵਪੂਰਨ ਹੈ। ਅਸੀਂ ਕਈ ਖੇਤਰਾਂ ਦੇ ਵਿੱਚ ਭਾਰਤ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। To be hosting Prime Minister Modi, of course. They'll be making further announcements about the visit in the coming days leading up to the trip next week. I will say generally our partnership with India is one of our most consequential relationships. We look closely with India. We work closely with India on our most vital priorities. They play a crucial role in ensuring a free and open Indo-Pacific that is connected, prosperous, secure, and resilient. And I know Secretary Blinken looks forward to seeing Prime Minister Modi and other members of the Indian delegation while they're here and working to make progress on all the issues with which we consult with India. But in terms of any specific issues, I will defer to the White House for comment on that. Just to follow, of course, like you said, Secretary of State was there. He's very famous in India, among other leaders from the US. And also at the same time, as far as diplomacy is concerned and cultural exchanges between the two countries, US and India, as far as this building, what can the Indians can expect from the US as far as diplomacy and cultural exchanges and immigration and visas and all those things? Because one issue is there in India when I just was there recently, when the US will open for the visas, because many husbands and wives are stuck in India and they are still waiting to come to the US. I will say with respect to visas, our consular teams have been making a huge push to process as many visa applications as possible in India, including in those visa categories that are key to the bilateral relationship. This is a top priority for our government. We know that there is more work that we can do, and we are working hard to do it. With respect to the broader question, again, I don't want to get ahead of the White House about what kind of announcements we might have related to the trip. Do you have any message for the Indian American community? I'm sorry, well, I couldn't hear Any someone. So there was somebody else talking in the Sorry. front row. I'll come to you next. Sorry. Go ahead. Go ahead. Any message for the Indian American community on behalf of the Secretary of State and the new ambassador in India? The new American US ambassador ambassador. to India. So I've heard that the new American ambassador Garcetti, is actually a bit of a celebrity in India as well. Let me just say again that our partnership with India is one of our most consequential relationships. We really do look forward to the visit next week. In addition to hosting Prime Minister Modi at the White House, there will be a state lunch here at the State Department, and we're all very much looking forward to it. Go ahead. Sir, sorry. How much land, what's the State Department official on, how much land has China taken from India, and will the Secretary be discussing the India-China relationships at all, or it's a little too ahead of? With respect to what issues the Secretary will discuss, again, I will just outline those broadly to say that the Secretary will be really, as I said yesterday, and as other officials from the building have spoken to, we have a number of goals for the trip to Beijing. One of those goals is to open reliable lines of communication between our two governments to ensure that the competition between the US and China does not veer into conflict. ਸੋ ਇਹ ਤਾਂ ਸਨ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ। ਕੱਲ ਫਿਰ ਤੁਹਾਡੇ ਮੁਖਾਤਿਬ ਹੋਵਾਂਗੇ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ।